किस पाप करके औरत ਦਾ ਗਰਭ ਡਿੱਗ ਜਾਂਦਾ ਹੈ? ਸਭ ਤੋਂ ਉੱਚੀ ਪਰਬਤ ਦੀ ਚੋਟੀ ਤੇ ਜਿੱਥੋਂ ਧਰਤੀ ਤੇ ਆਕਾਸ਼ ਦਾ ਮਿਲਨ ਇੱਕ ਹੀ ਦਿਖਾਈ ਦਿੰਦਾ ਹੈ, ਉੱਥੇ ਕਾਗ ਪਸੁੰਡ ਜੀ ਏਕਾਂਤ ਵਿੱਚ ਧਿਆਨ 'ਚ ਮਗਨ ਬੈਠੇ ਸੀ। ਇਹ ਉਹ ਜਗ੍ਹਾ ਹੈ ਜਿੱਥੇ ਆਮ ਪ੍ਰਾਣੀਆਂ ਦੀ ਪਹੁੰਚ ਨਹੀਂ ਹੁੰਦੀ। ਸਿਰਫ ਉਹੀ ਜਾ ਸਕਦੇ ਹਨ ਜਿਨ੍ਹਾਂ ਦਾ ਮਨ ਨਿਰਮਲ ਤੇ ਧਰਮ ਪ੍ਰਤੀ ਨਿਸ਼ਠਾਵਾਨ ਹਨ। उस पवित्र स्थान ते एक दिन गरुड़ जी का आगमन होता है। गरुड़ जी ने काग भसुंड जी नूं प्रणाम किया ते सन्मान पूर्वक बोले, काग भसुंड जी, इस पवित्र पर्वत ते अज तुहाडे दर्शन करके मैं धन हो गया। मैं तुहाडे सामने एक शंका लैके आया हाँ, किरपा तुसी मेरे उस शंका का हल करो। काग भसुंड जी ने मुस्कुराते हुए गरुड़ का स्वागत किया ते कहा, हे गरुड़, बिना संकोच दे जो भी शंका तुहाडे मन 'च है वो पुछो, मैं तुहाडी शंका का हल करन दी कोशिश करांगा। गरुड़ ने कहा, मैं धरती ते घूमते हुए कई मासूम बच्चों की अकाल मौत हुंदे देखी है। इन्हां विचों कुछ बच्चे तां माँ की कुख विच ही मर जाते हैं। किरपा मैनूं समझाउण दी किरपा करो कि की कारण है कि एक माँ अपनी औलाद नूं जन्म देण तो पहलां ही गवा दिंदी है। किस पाप ਜਾਂ ਕਰਮ ਦੇ ਪ੍ਰਭਾਵ ਨਾਲ ਇਹ ਦੁੱਖ ਮਾਵਾਂ ਨੂੰ ਸਹਿਣਾ ਪੈਂਦਾ ਹੈ? ਕਾਗ ਭਸੁੰਡ ਜੀ ਨੇ ਗਰੁੜ ਦੇ ਸਵਾਲ ਤੇ ਕਿਹਾ, ਹੇ ਗਰੁੜ, ਤੇਰਾ ਪ੍ਰਸ਼ਨ ਬਹੁਤ ਮਹੱਤਵਪੂਰਨ ਹੈ। ਅਸਲ 'ਚ ਇਹ ਮਨੁੱਖ ਦੇ ਪਿਛਲੇ ਜਨਮਾਂ ਦੇ ਕਰਮਾਂ ਦਾ ਪ੍ਰਭਾਵ ਹੁੰਦਾ ਹੈ ਜੋ ਇਸ ਜਨਮ 'ਚ ਉਸਦੇ ਦੁੱਖ ਦਾ ਕਾਰਨ ਬਣਦਾ ਹੈ। ਪਰ ਗਰਭਵਤੀ ਔਰਤ ਦੇ ਗਰਭਪਾਤ ਦਾ ਮੁੱਖ ਕਾਰਨ ਕਈ ਵਾਰ ਉਸਦੇ ਇਸ ਜਨਮ ਦੇ ਹੀ ਕੁਝ ਖਾਸ ਕਰਮ ਹੁੰਦੇ ਹਨ। ਗਰਭ ਧਾਰਨ ਕਰਨ ਤੋਂ ਬਾਅਦ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਇਹਨਾਂ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਗਰਭ ਵਿੱਚ ਔਲਾਦ ਸੁਰੱਖਿਅਤ ਨਹੀਂ ਰਹਿੰਦੀ। ਕੁਝ ਪਲ ਰੁਕ ਕੇ ਕਾਗ ਭਸੁੰਡ ਜੀ ਨੇ ਅੱਗੇ ਕਿਹਾ, ਇਸ ਵਿਸ਼ੇ 'ਚ ਇੱਕ ਪ੍ਰਾਚੀਨ ਕਥਾ ਹੈ ਜਿਸ ਨੂੰ ਸੁਣ ਕੇ ਤੁਹਾਡੀਆਂ ਸਾਰੀਆਂ ਸ਼ੰਕਾਵਾਂ ਦਾ ਹੱਲ ਹੋ ਜਾਵੇਗਾ। ਇਹ ਕਥਾ ਸੁਣਨ ਦਾ ਪੁੰਨ ਇੰਨਾ ਮਹਾਨ ਹੈ ਕਿ ਜੋ ਇਸ ਨੂੰ ਸੁਣਦਾ ਹੈ ਉਸਦੇ ਅੱਧੇ ਪਾਪ ਮਾਫ ਹੋ ਜਾਂਦੇ ਹਨ ਤੇ ਕਥਾ ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗੀ। ਕਾਗ ਭਸੁੰਡ ਜੀ ਨੇ ਉਹ ਪ੍ਰਾਚੀਨ ਕਥਾ ਸੁਣਾਉਣੀ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪੂਰਬ ਦੇਸ਼ 'ਚ ਇੱਕ ਬਹੁਤ ਹੀ ਖੁਸ਼ਹਾਲ ਤੇ ਸੋਹਣੀ ਨਗਰੀ ਸੀ। ਉਸ ਨਗਰੀ 'ਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜਿਸ ਦਾ ਨਾਮ ਸ਼ੁਭਮ ਸੀ। ਉਸ ਦਾ ਪਰਿਵਾਰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਨਾਲ ਪੂਰਨ ਸੀ। ਉਸ ਦੀ ਇੱਕ ਧੀ ਸੀ ਜਿਸ ਦਾ ਨਾਮ ਸੰਜਨਾ ਸੀ। ਸੰਜਨਾ ਆਪਣੇ ਪਿਓ ਦੀਆਂ ਅੱਖਾਂ ਦਾ ਤਾਰਾ ਸੀ ਤੇ ਸ਼ੁਭਮ ਨੇ ਉਸ ਦੇ ਲਈ ਹਰ ਸੁੱਖ ਸੁਵਿਧਾ ਰੱਖੀ ਸੀ। ਸਮਾਂ ਆਉਣ ਤੇ ਸ਼ੁਭਮ ਸੰਜਨਾ ਦਾ ਵਿਆਹ ਇੱਕ ਦੂਜੇ ਨਗਰ ਦੇ ਇੱਕ ਮੁੰਡੇ ਅਰੁਣ ਨਾਲ ਕਰ ਦਿੰਦਾ ਹੈ। ਵਿਆਹ ਤੋਂ ਬਾਅਦ ਸੰਜਨਾ ਆਪਣੇ ਪਤੀ ਦੇ ਨਾਲ ਆਪਣੇ ਨਵੇਂ ਘਰ ਚਲੀ ਜਾਂਦੀ ਹੈ। ਸਹੁਰੇ ਘਰ ਜਾਂਦੇ ਹੀ ਸੰਜਨਾ ਨੂੰ ਆਪਣੇ ਸਹੁਰੇ ਘਰ ਵਾਲਿਆਂ ਤੋਂ ਪਿਆਰ ਤੇ ਸਨਮਾਨ ਮਿਲਦਾ ਹੈ। ਸਾਰਿਆਂ ਨੇ ਉਸ ਦੀ ਖੂਬ ਦੇਖਭਾਲ ਕੀਤੀ ਜਿਸ ਕਰਕੇ ਸੰਜਨਾ ਆਪਣੇ ਨਵੇਂ ਘਰ 'ਚ ਬਹੁਤ ਖੁਸ਼ ਰਹਿਣ ਲੱਗੀ। ਸੰਜਨਾ ਦੀ ਸੱਸ ਜਿਸ ਦਾ ਨਾਮ ਮਾਲਤੀ ਸੀ, ਬਾਹਰੋਂ ਤਾਂ ਬਹੁਤ ਪਿਆਰ ਕਰਨ ਵਾਲੀ ਸੀ ਪਰ ਸੁਭਾਅ ਤੋਂ ਕਠੋਰ ਤੇ ਲਾਲਚੀ ਸੀ। ਸੰਜਨਾ ਆਪਣੇ ਦਹੇਜ 'ਚ ਬਹੁਤ ਸਾਰਾ ਧਨ ਤੇ ਗਹਿਣੇ ਲੈ ਕੇ ਆਈ ਸੀ। ਇਸੇ ਕਰਕੇ ਮਾਲਤੀ ਉਸ ਨੂੰ ਬੜੀਆਂ ਮਿੱਠੀਆਂ ਗੱਲਾਂ ਕਰਦੀ ਸੀ। ਉਹ ਸੰਜਨਾ ਨੂੰ ਕਹਿੰਦੀ ਸੀ ਕਿ ਉਹ ਆਪਣੇ ਪੇਕਿਆਂ ਤੋਂ ਕੱਪੜੇ, ਅਨਾਜ, ਗਾਂ, ਬਲਦ ਤੇ ਹੋਰ ਮਹਿੰਗੀਆਂ ਚੀਜ਼ਾਂ ਮੰਗਵਾਵੇ। ਭੋਲੀ ਸੰਜਨਾ ਆਪਣੀ ਸੱਸ ਦੀਆਂ ਗੱਲਾਂ 'ਚ ਆ ਕੇ ਆਪਣੇ ਪਿਓ ਤੋਂ ਅਕਸਰ ਚੀਜ਼ਾਂ ਮੰਗਵਾਉਂਦੀ ਸੀ ਤੇ ਪਿਤਾ ਵੀ ਇਕਲੌਤੀ ਧੀ ਦੀ ਖੁਸ਼ੀ ਲਈ ਹਰ ਵਾਰ ਉਸ ਦੀ ਇੱਛਾ ਪੂਰੀ ਕਰਦਾ ਰਹਿੰਦਾ। ਸਮੇਂ ਦੇ ਨਾਲ ਨਾਲ ਮਾਲਤੀ ਦਾ ਲਾਲਚ ਹੋਰ ਵੱਧ ਗਿਆ। ਉਹ ਚਾਹੁੰਦੀ ਸੀ ਕਿ ਸੰਜਨਾ ਆਪਣੇ ਪੇਕਿਓਂ ਸਾਰੀ ਧਨ ਸੰਪੱਤੀ ਲੈ ਕੇ ਆਵੇ ਤੇ ਭੋਲੀ ਸੰਜਨਾ ਇਸ ਲਾਲਚ ਤੋਂ ਅਣਜਾਣ ਸੀ। ਉਸ ਨੂੰ ਆਪਣੀ ਸੱਸ ਦੀਆਂ ਗੱਲਾਂ ਦਾ ਵਿਸ਼ਵਾਸ ਹੋ ਜਾਂਦਾ ਸੀ ਤੇ ਉਹ ਉਹਨਾਂ ਦੀ ਹਰ ਗੱਲ ਮੰਨ ਲਿਆ ਕਰਦੀ ਸੀ। ਸੰਜਨਾ ਦਾ ਪਤੀ ਅਰੁਣ ਸੁਭਾਅ ਤੋਂ ਸਰਲ ਤੇ ਸਿੱਧਾ ਸੀ। ਉਹ ਆਪਣੀ ਮਾਂ ਮਾਲਤੀ ਦੀ ਹਰ ਗੱਲ ਮੰਨਦਾ ਸੀ। ਮਾਲਤੀ ਨੇ ਆਪਣੇ ਪੁੱਤ ਅਰੁਣ ਨੂੰ ਬਚਪਨ ਤੋਂ ਹੀ ਆਪਣੇ ਕਾਬੂ ਵਿੱਚ ਰੱਖਿਆ ਸੀ ਤੇ ਇਸੇ ਕਰਕੇ ਉਹ ਕਦੇ ਆਪਣੀ ਮਾਂ ਦੀ ਗੱਲ ਦਾ ਵਿਰੋਧ ਨਹੀਂ ਕਰਦਾ ਸੀ। ਇਸ ਤਰ੍ਹਾਂ ਸੰਜਨਾ ਆਪਣੇ ਸਹੁਰੇ ਘਰ ਆਪਣੇ ਪਤੀ ਅਰੁਣ ਨਾਲ ਆਪਣਾ ਜੀਵਨ ਬਿਤਾ ਰਹੀ ਸੀ। ਪਰ ਉਸਦੇ ਭੋਲੇਪਨ ਦਾ ਉਸਦੀ ਸੱਸ ਮਾਲਤੀ ਹੌਲੀ ਹੌਲੀ ਫਾਇਦਾ ਉਠਾਉਣ ਲੱਗੀ। ਸੰਜਨਾ ਨੇ ਉਸਦੇ ਸਹੁਰੇ ਘਰ ਹਰ ਕੋਈ ਪਿਆਰ ਤੇ ਆਦਰ ਦੇਣ ਲੱਗਿਆ। ਇਸ ਪਿਆਰ ਤੇ सम्मान ਦੇ ਮਾਹੌਲ 'ਚ ਸੰਜਨਾ ਦਾ ਮਨ ਆਪਣੇ ਸਹੁਰੇ ਘਰ ਲੱਗ ਗਿਆ ਸੀ
ਤੇ ਉਹ ਬੇहद ਖੁਸ਼ ਰਹਿਣ ਲੱਗੀ ਸੀ। ਉਸ ਦਾ ਪਿਓ ਸ਼ੁਭਮ ਆਪਣੀ ਧੀ ਦੀ ਖੁਸ਼ੀ ਨੂੰ ਦੇਖ ਕੇ ਹੋਰ ਵੀ ਸੰਤੁਸ਼ਟ ਹੋ ਗਿਆ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੀ ਧੀ ਸੰਜਨਾ ਆਪਣੇ ਨਵੇਂ ਘਰ 'ਚ ਪੂਰੀ ਤਰ੍ਹਾਂ ਰਚ ਗਈ ਹੈ। ਸ਼ੁਭਮ ਆਪਣੀ ਧੀ ਨੂੰ ਖੁਸ਼ ਦੇਖਣ ਲਈ ਕੁਝ ਵੀ ਕਰ ਸਕਦਾ ਸੀ। ਕਈ ਮਹੀਨਿਆਂ ਬਾਅਦ ਸੰਜਨਾ ਗਰਭਵਤੀ ਹੋਈ। ਜਦੋਂ ਇਹ ਗੱਲ ਉਸਦੀ ਸੱਸ ਮਾਲਤੀ ਨੂੰ ਪਤਾ ਲੱਗੀ ਤਾਂ ਉਸਨੇ ਵੀ ਖੁਸ਼ੀ ਪ੍ਰਗਟਾਈ ਤੇ ਉਸੇ ਵੇਲੇ ਸੰਜਨਾ ਦੇ ਪੇਕੇ ਇਹ ਸ਼ੁਭ ਸਮਾਚਾਰ ਭਿਜਵਾ ਦਿੱਤਾ। ਉਸ ਦੇ ਨਾਲ ਹੀ ਉਸਨੇ ਬੜੇ ਪਿਆਰ ਨਾਲ ਕਈ ਮਹਿੰਗੀਆਂ ਚੀਜ਼ਾਂ ਦੀ ਮੰਗ ਕਰ ਦਿੱਤੀ। ਜਦ ਸ਼ੁਭਮ ਨੇ ਇਹ ਖਬਰ ਸੁਣੀ ਤਾਂ ਉਹ ਬਹੁਤ ਖੁਸ਼ ਹੋ ਗਿਆ। ਉਸਨੇ ਢੇਰ ਸਾਰੇ ਕੱਪੜੇ, ਅਨਾਜ, ਮਿਠਾਈਆਂ ਤੇ ਗਹਿਣੇ ਸੰਜਨਾ ਦੇ ਘਰ ਭਿਜਵਾਉਣ ਦਾ ਫੈਸਲਾ ਕਰ ਲਿਆ ਤੇ ਸਾਰੀਆਂ ਚੀਜ਼ਾਂ ਲੈ ਕੇ ਸੰਜਨਾ ਦੇ ਸਹੁਰੇ ਘਰ ਪਹੁੰਚ ਗਿਆ। ਸੰਜਨਾ ਦੇ ਸਹੁਰੇ ਘਰ ਸ਼ੁਭਮ ਦਾ ਬੜਾ ਆਦਰ ਸਤਿਕਾਰ ਹੋਇਆ। ਆਪਣੇ ਪਿਓ ਨੂੰ ਦੇਖ ਕੇ ਸੰਜਨਾ ਵੀ ਬਹੁਤ ਖੁਸ਼ ਹੁੰਦੀ ਹੈ। ਕੁਝ ਸਮੇਂ ਤੱਕ ਸ਼ੁਭਮ ਆਪਣੀ ਧੀ ਦੇ ਨਾਲ ਸਮਾਂ ਬਿਤਾਉਂਦਾ ਹੈ ਤੇ ਫਿਰ ਪਿਆਰ ਨਾਲ ਉਸ ਨੂੰ ਆਸ਼ੀਰਵਾਦ ਦੇ ਕੇ ਉਸੇ ਦਿਨ ਆਪਣੇ ਘਰ ਚਲਾ ਗਿਆ। ਇਸ ਤਰ੍ਹਾਂ ਸੰਜਨਾ ਦਾ ਗਰਭ ਹੌਲੀ-ਹੌਲੀ ਵਧਣ ਲੱਗਿਆ। ਉਸ ਦੇ ਸਹੁਰੇ ਘਰ ਵਾਲੇ ਖਾਸ ਕਰਕੇ ਉਸ ਦੀ ਸੱਸ ਉਸ ਦਾ ਪੂਰਾ ਖਿਆਲ ਰੱਖਣ ਲੱਗੀ। ਪਰ ਕੁਝ ਸਮਾਂ ਬਾਅਦ ਇੱਕ ਘਟਨਾ ਵਾਪਰਦੀ ਹੈ ਜਿਸ ਨਾਲ ਸੰਜਨਾ ਦੇ ਜੀਵਨ 'ਚ ਹਨੇਰਾ ਫੈਲਣ ਲੱਗਦਾ ਹੈ। ਇੱਕ ਦਿਨ ਅਚਾਨਕ ਹੀ ਸੰਜਨਾ ਦਾ ਗਰਭ ਡਿੱਗ ਜਾਂਦਾ ਹੈ। ਇਸ ਘਟਨਾ ਨਾਲ ਮਾਲਤੀ ਦਾ ਮਨ ਗੁੱਸੇ ਨਾਲ ਭਰ ਜਾਂਦਾ ਹੈ। ਸੰਜਨਾ ਦੇ ਦਰਦ ਨੂੰ ਸਮਝਣ ਦੀ ਬਜਾਏ ਮਾਲਤੀ ਨੇ ਉਸ ਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗੀ, ਪਾਪਣੇ, ਤੂੰ ਅਜਿਹਾ ਕਿਹੜਾ ਪਾਪ ਕੀਤਾ ਹੈ ਕਿ ਸਾਡੇ ਕੁਲ ਨੂੰ ਕਲੰਕਿਤ ਕਰ ਦਿੱਤਾ? ਤੂੰ ਆਪਣੇ ਹੀ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦਿੱਤਾ। ਮਾਲਤੀ ਵਾਰ-ਵਾਰ ਇਹ ਸ਼ਬਦ ਕਹਿੰਦੀ ਰਹਿੰਦੀ, ਜਿਸ ਨਾਲ ਸੰਜਨਾ ਦਾ ਮਨ ਹੋਰ ਵੀ ਜ਼ਿਆਦਾ ਟੁੱਟ ਜਾਂਦਾ। ਸੰਜਨਾ ਨੇ ਦੁਖੀ ਮਨ ਨਾਲ ਕਿਹਾ, ਮਾਂ ਜੀ, ਇਸ ਵਿੱਚ ਮੇਰਾ ਕੀ ਦੋਸ਼ ਹੈ? ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਸਭ ਕਿਉਂ ਹੋਇਆ। ਮੈਂ ਤਾਂ ਨਿਰਦੋਸ਼ ਹਾਂ, ਮੈਂ ਕੋਈ ਪਾਪ ਨਹੀਂ ਕੀਤਾ। ਪਰ ਮਾਲਤੀ ਨੂੰ ਉਸ 'ਤੇ ਦਇਆ ਨਾ ਆਈ। ਉਸਨੇ ਹੋਰ ਵੀ ਉੱਚੀ ਆਵਾਜ਼ 'ਚ ਕਿਹਾ, ਪਾਪਣੇ, ਤੂੰ ਜ਼ਰੂਰ ਕੋਈ ਨਾ ਕੋਈ ਪਾਪ ਕੀਤਾ ਹੋਵੇਗਾ, ਤਾਂ ਹੀ ਤਾਂ ਤੇਰੀ ਔਲਾਦ ਗਰਭ ਵਿੱਚ ਹੀ ਮਰ ਗਈ। ਪਾਪ ਕਰਨ ਵਾਲੀ ਔਰਤ ਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਮਾਲਤੀ ਦੀ ਕੋੜੇ ਸ਼ਬਦਾਂ ਤੇ ਤਾਨਿਆਂ ਨਾਲ ਸੰਜਨਾ ਦਾ ਮਨ ਬਹੁਤ ਦੁਖੀ ਹੋ ਜਾਂਦਾ। ਉਸ ਦੀ ਸੱਸ ਨੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਸਭ ਉਸ ਦੇ ਕਰਕੇ ਹੀ ਹੋਇਆ ਹੈ। ਇੱਧਰ ਕਾਗ ਪਸੁੰਨ ਨੇ ਗੁਰੜ ਜੀ ਨੂੰ ਕਥਾ ਸੁਣਾਉਂਦੇ ਹੋਏ ਅੱਗੇ ਕਿਹਾ, ਜਦੋਂ ਸੰਜਨਾ ਦਾ ਗਰਭ ਡਿੱਗ ਜਾਂਦਾ ਹੈ ਉਦੋਂ ਤੋਂ ਉਸ ਦੀ ਸੱਸ ਮਾਲਤੀ ਦਾ ਵਿਵਹਾਰ ਉਸ ਦੇ ਪ੍ਰਤੀ ਬੜਾ ਹੀ ਸਖਤ ਹੋ ਜਾਂਦਾ ਹੈ ਤੇ ਸੰਜਨਾ ਨੂੰ ਹਰ ਗੱਲ ਤੇ ਤਾਨੇ ਮਾਰਨ ਲੱਗਦੀ ਹੈ। ਹੁਣ ਮਾਲਤੀ ਸੰਜਨਾ ਤੋਂ ਸਾਰਾ ਦਿਨ ਘਰ ਦਾ ਕੰਮ ਕਰਵਾਉਂਦੀ ਸੀ ਤੇ ਸੰਜਨਾ ਸਾਰਾ ਦਿਨ ਮਿਹਨਤ ਤੋਂ ਬਾਅਦ ਵੀ ਰਾਤ ਨੂੰ ਥੋੜਾ ਆਰਾਮ ਕਰ ਪਾਉਂਦੀ ਸੀ। ਉਸ ਨੂੰ ਘਰ ਦਾ ਜੂਠਾ ਭੋਜਨ ਹੀ ਖਾਣਾ ਪੈਂਦਾ ਸੀ। ਅਚਾਨਕ ਆਪਣੀ ਸੱਸ ਦਾ ਵਿਵਹਾਰ ਬਦਲਿਆ ਹੋਇਆ ਦੇਖ ਕੇ ਸੰਜਨਾ ਨੂੰ ਡਰ ਲੱਗਣ ਲੱਗਿਆ। ਹੁਣ ਤਾਂ ਉਹ ਮਾਲਤੀ ਦੇ ਸਾਹਮਣੇ ਆਉਣ ਤੋਂ ਵੀ ਡਰਨ ਲੱਗੀ ਸੀ। ਕਈ ਮਹੀਨੇ ਇਸ ਤਰ੍ਹਾਂ ਹੀ ਬੀਤ ਜਾਂਦੇ ਹਨ ਤੇ ਫਿਰ ਸੰਜਨਾ ਦੁਬਾਰਾ ਗਰਭਵਤੀ ਹੋ ਜਾਂਦੀ ਹੈ। ਉਸ ਦੇ ਗਰਭਵਤੀ ਹੋਣ ਦੀ ਖਬਰ ਸੁਣ ਕੇ ਘਰ ਦੇ ਸਾਰੇ ਮੈਂਬਰ ਖੁਸ਼ ਹੁੰਦੇ ਹਨ, ਪਰ ਉਸ ਦੀ ਸੱਸ ਮਾਲਤੀ ਨੂੰ ਇਹ ਖਬਰ ਸੁਣ ਕੇ ਕੋਈ ਖੁਸ਼ੀ ਨਹੀਂ ਹੋਈ। ਉਹ ਹਮੇਸ਼ਾ ਉਸ ਨੂੰ ਤਾਨੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਇੱਕ ਬੱਚੇ ਨੂੰ ਤਾਂ ਪਹਿਲਾਂ ਹੀ ਖਾ ਗਈ, ਹੁਣ ਇਸ ਵਾਰ ਵੀ ਹੋਵੇਗਾ ਕੀ ਪਤਾ। ਇਹ ਤਾਂ ਜਿਵੇਂ ਚੁੜੇਲ ਹੈ, ਮੇਰੇ ਪੁੱਤ ਨੇ ਕਿਸੇ ਚੁੜੇਲ ਨਾਲ ਵਿਆਹ ਕਰ ਲਿਆ। ਪਰ ਸੰਜਨਾ ਨੇ ਆਪਣੀ ਸੱਸ ਦੇ ਕੋੜੇ ਸ਼ਬਦਾਂ ਦਾ ਵਿਰੋਧ ਨਾ ਕੀਤਾ ਤੇ ਚੁੱਪਚਾਪ ਸਭ ਸਹਿਣ ਕਰਦੀ ਰਹੀ। ਇਸ ਵਾਰ ਮਾਲਤੀ ਨੇ ਸੰਜਨਾ ਦੇ ਪਿਓ ਨੂੰ ਉਸ ਦੇ ਗਰਭਵਤੀ ਹੋਣ ਦੀ ਸੂਚਨਾ ਨਾ ਦਿੱਤੀ ਤੇ ਚੁੱਪ ਹੀ ਰਹੀ। ਹੌਲੀ-ਹੌਲੀ ਸੰਜਨਾ ਦਾ ਗਰਭ ਵੱਧਦਾ ਗਿਆ ਤੇ ਗਰਭਵਤੀ ਹੋਣ ਦੇ ਬਾਵਜੂਦ ਘਰ ਦਾ ਸਾਰਾ ਕੰਮ ਕਰਿਆ ਕਰਦੀ ਸੀ। ਜਦੋਂ ਉਹ ਬਿਲਕੁਲ ਥੱਕ ਜਾਂਦੀ, ਉਸ ਤੋਂ ਕੰਮ ਨਾ ਹੁੰਦਾ ਤਾਂ ਵੀ ਮਾਲਤੀ ਉਸ 'ਤੇ ਤਰਸ ਨਾ ਕਰਦੀ। ਸੰਜਨਾ ਨੇ ਹਰ ਦਿਨ ਬਹੁਤ ਕੰਮ ਕੀਤਾ ਤੇ ਇਸ ਤਰ੍ਹਾਂ ਮਹੀਨੇ ਪੂਰੇ ਹੋ ਗਏ ਤੇ ਆਖਰਕਾਰ ਸੰਜਨਾ ਦੇ ਬੱਚਾ ਹੋਣ ਦਾ ਸਮਾਂ ਆ ਗਿਆ ਤੇ ਉਸਨੇ ਇੱਕ ਬਾਲਕ ਨੂੰ ਜਨਮ ਦਿੱਤਾ। ਪਰ ਜਿਵੇਂ ਹੀ ਬੱਚੇ ਦਾ ਜਨਮ ਹੋਇਆ, ਕਮਰੇ ਵਿੱਚ ਇੱਕ ਸੰਨਾਟਾ ਜਿਹਾ ਛਾ ਗਿਆ। ਬੱਚੇ ਦੇ ਮੂੰਹੋਂ ਕੋਈ ਆਵਾਜ਼ ਨਾ ਆਈ, ਨਾ ਹੀ ਉਸਨੇ ਕੋਈ ਹਰਕਤ ਕੀਤੀ, ਕਿਉਂਕਿ ਸੰਜਨਾ ਨੇ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ। ਜਦੋਂ ਇਹ ਖਬਰ ਸੰਜਨਾ ਨੂੰ ਦੱਸੀ ਗਈ ਤਾਂ ਉਹ ਬਹੁਤ ਦੁਖੀ ਹੋ ਗਈ
ਤੇ ਜ਼ੋਰ-ਜ਼ੋਰ ਦੀ ਰੋਣ ਲੱਗੀ। ਉਸ ਦਾ ਦਿਲ ਮੰਨੋ ਟੁੱਟ ਗਿਆ। ਕਾਗ ਸੁੰਡ ਜੀ ਨੇ ਗਰੁੜ ਜੀ ਨੂੰ ਇਹ ਦੁਖਦ ਪ੍ਰਸੰਗ ਦੱਸਦੇ ਹੋਏ ਕਿਹਾ, ਦੇਖੋ ਗਰੁੜ ਜੀ, ਕਈ ਵਾਰ ਜ਼ਿੰਦਗੀ ਵਿੱਚ ਕਈ ਔਖੇ ਦੌਰ ਆਉਂਦੇ ਹਨ ਜਿਨ੍ਹਾਂ ਵਿੱਚ ਮਨੁੱਖ ਟੁੱਟਣ ਦੀ ਕਗਾਰ 'ਤੇ ਆ ਜਾਂਦਾ ਹੈ, ਪਰ ਇਹ ਕਹਾਣੀ ਅਜੇ ਪੂਰੀ ਨਹੀਂ ਹੋਈ। ਸੰਜਨਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਕਾਰਨ ਤੇ ਹੱਲ ਅੱਗੇ ਦੀ ਕਥਾ 'ਚ ਉਜਾਗਰ ਹੋਵੇਗਾ। ਕਾਗ ਭਸੁੰਡ ਜੀ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਸੰਜਨਾ ਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ। ਜਿਸ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ, ਉਸ ਤੋਂ ਬਾਅਦ ਉਸਦੀ ਸੱਸ ਮਾਲਤੀ ਦਾ ਗੁੱਸਾ ਹੋਰ ਵੀ ਵੱਧ ਗਿਆ। ਸੰਜਨਾ ਦੀ ਪੀੜ ਨੂੰ ਸਮਝਣ ਦੀ ਬਜਾਏ ਮਾਲਤੀ ਨੇ ਉਸੇ ਵੇਲੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਸਨੇ ਗੁੱਸੇ 'ਚ ਕਿਹਾ, ਦੁਸ਼ਟ ਪਾਪਨ, ਇਸ ਘਰ 'ਚ ਰਹਿਣ ਦੇ ਤੂੰ ਲਾਇਕ ਨਹੀਂ। ਤੂੰ ਤਾਂ ਸਾਡੇ ਕੁਲ ਦਾ ਨਾਸ਼ ਕਰਨਾ ਹੈ। ਮੇਰੇ ਪੋਤੇ ਨੂੰ ਮਾਰ ਕੇ ਖਾ ਗਈ। ਹੁਣ ਤੇਰਾ ਇਸ ਘਰ 'ਚ ਕੋਈ ਸਥਾਨ ਨਹੀਂ ਹੈ। ਮਾਲਤੀ ਨੇ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਸੰਜਨਾ ਦਾ ਪਤੀ ਅਰੁਣ ਇਹ ਸਭ ਕੁਝ ਚੁੱਪਚਾਪ ਦੇਖਦਾ ਰਿਹਾ, ਪਰ ਉਸਨੇ ਇੱਕ ਸ਼ਬਦ ਨਾ ਕਿਹਾ। ਸੰਜਨਾ ਆਪਣੇ ਆਪ ਨੂੰ ਬਹੁਤ ਹੀ ਬੇਸਹਾਰਾ ਮਹਿਸੂਸ ਕਰ ਰਹੀ ਸੀ। ਫਿਰ ਵੀ ਉਸਨੇ ਕਿਸੇ ਨੂੰ ਕੁਝ ਨਾ ਕਿਹਾ ਤੇ ਉਸੇ ਹਾਲਾਤ ਵਿੱਚ ਘਰੋਂ ਨਿਕਲ ਜਾਂਦੀ ਹੈ ਤੇ ਜੰਗਲ ਵੱਲ ਚਲੀ ਜਾਂਦੀ ਹੈ। ਚਲਦੇ ਚਲਦੇ ਸੰਜਨਾ ਇੱਕ ਸੰਘਣੇ ਤੇ ਭਿਆਨਕ ਜੰਗਲ ਵਿੱਚ ਪਹੁੰਚ ਗਈ। ਉਸ ਜੰਗਲ 'ਚ ਸਨਾਟਾ ਸੀ ਤੇ ਦੂਰ ਦੂਰ ਤੱਕ ਕੋਈ ਮਨੁੱਖ ਦਿਖਾਈ ਨਹੀਂ ਦੇ ਰਿਹਾ ਸੀ। ਸੰਜਨਾ ਦੇ ਕਦਮ ਅਚਾਨਕ ਹੀ ਉਸ ਜੰਗਲ ਦੀ ਗਹਿਰਾਈ 'ਚ ਚਲੇ ਗਏ। ਉੱਥੇ ਉਸਨੂੰ ਇੱਕ ਬਹੁਤ ਹੀ ਵੱਡਾ ਤੇ ਸੋਹਣਾ ਦਰਖਤ ਦਿਖਾਈ ਦਿੱਤਾ। ਉਸ ਦਰਖਤ ਦੇ ਕੋਲ ਆਸ਼ਰਮ ਸੀ। ਸੰਜਨਾ ਨੇ ਉਸ ਆਸ਼ਰਮ ਦੇ ਨੇੜੇ ਪਹੁੰਚ ਕੇ ਇੱਧਰ ਉੱਧਰ ਦੇਖਿਆ, ਪਰ ਉੱਥੇ ਕੋਈ ਵੀ ਦਿਖਾਈ ਨਾ ਦਿੱਤਾ। ਉਹ ਬਹੁਤ ਥੱਕੀ ਹੋਈ ਸੀ ਤੇ ਉਦਾਸ ਸੀ, ਇਸ ਲਈ ਉੱਥੇ ਬੈਠ ਕੇ ਆਰਾਮ ਕਰਨ ਲੱਗੀ। ਸੰਜਨਾ ਦੇ ਮਨ 'ਚ ਆਪਣੇ ਪਿਓ ਦੇ ਘਰ ਜਾਣ ਦਾ ਵਿਚਾਰ ਨਹੀਂ ਆ ਰਿਹਾ ਸੀ। ਉਸ ਨੂੰ ਡਰ ਸੀ ਕਿ ਕਿਤੇ ਉਸ ਦੀ ਸਥਿਤੀ ਕਾਰਨ ਉਸਦੇ ਪਿਤਾ ਦਾ ਸਮਾਜ ਵਿੱਚ ਅਪਮਾਨ ਨਾ ਹੋ ਜਾਵੇ। ਇਹ ਸੋਚ ਕੇ ਉਸਨੇ ਉਸ ਜੰਗਲ 'ਚ ਰਹਿਣ ਦਾ ਫੈਸਲਾ ਕੀਤਾ ਤੇ ਆਸ਼ਰਮ 'ਚ ਹੀ ਰਹਿਣ ਲੱਗੀ। ਸੰਜਨਾ ਨੇ ਉੱਥੇ ਬੈਠ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਉਹਨਾਂ ਦੀ ਭਗਤੀ ਵਿੱਚ ਡੁੱਬ ਗਈ। ਕਈ ਦਿਨਾਂ ਤੱਕ ਉਸਨੇ ਉੱਥੇ ਰਹਿ ਕੇ ਭਗਵਾਨ ਵਿਸ਼ਨੂੰ ਦੀ ਆਰਾਧਨਾ ਕੀਤੀ। ਹੁਣ ਉਹ ਸੰਸਾਰ ਤੋਂ ਬਿਲਕੁਲ ਕੱਟ ਚੁੱਕੀ ਸੀ। ਉਸਦੀ ਆਤਮਾ ਨੇ ਇੱਕ ਅਨੋਖੀ ਸ਼ਾਂਤੀ ਮਹਿਸੂਸ ਕੀਤੀ। ਕੁਝ ਦਿਨਾਂ ਬਾਅਦ ਉਸ ਆਸ਼ਰਮ 'ਚ ਇੱਕ ਸਾਧੂ ਪਧਾਰੇ। ਉਹਨਾਂ ਦੇ ਨਾਲ ਇੱਕ ਸੋਹਣੀ ਗਾਂ ਸੀ। ਉਹਨਾਂ ਦੇ ਚਿਹਰੇ 'ਤੇ ਇਸ ਤਰ੍ਹਾਂ ਦਾ ਤੇਜ ਸੀ ਜੋ ਕਈ ਸਾਲਾਂ ਦੀ ਕਠੋਰ ਤਪੱਸਿਆ ਤੋਂ ਬਾਅਦ ਪਾਇਆ ਜਾਂਦਾ ਹੈ। ਸੰਜਨਾ ਨੇ ਜਿਵੇਂ ਹੀ ਉਸ ਸਾਧੂ ਨੂੰ ਦੇਖਿਆ, ਉਹ ਖੁਸ਼ ਹੋ ਕੇ ਉਸੇ ਵੇਲੇ ਉਹਨਾਂ ਕੋਲ ਜਾ ਕੇ ਬੋਲੀ, ਆਓ ਭਗਵਾਨ, ਪਧਾਰੋ, ਤੁਹਾਡਾ ਸਵਾਗਤ ਹੈ। ਤੁਸੀਂ ਮਹਾਨ ਪੁੰਨ ਆਤਮਾ ਲੱਗਦੇ ਹੋ। ਸੰਜਨਾ ਦੇ ਇਹਨਾਂ ਸਨਮਾਨ ਭਰੇ ਸ਼ਬਦਾਂ ਨੂੰ ਸੁਣ ਕੇ ਸਾਧੂ ਮਹਾਰਾਜ ਨੇ ਕਿਹਾ, ਧੀਏ, ਤੂੰ ਕੌਣ ਹੈ ਤੇ ਇਸ ਆਸ਼ਰਮ ਵਿੱਚ ਇਕੱਲੀ ਕਿਉਂ ਰਹਿ ਰਹੀ ਹੈ? ਤੇਰਾ ਪਤੀ ਕਿੱਥੇ ਹੈ? ਕਿਸ ਕਰਕੇ ਤੂੰ ਜੰਗਲ ਵਿੱਚ ਇਕੱਲੀ ਰਹਿ ਰਹੀ ਹੈ? ਸਾਧੂ ਮਹਾਰਾਜ ਦੇ ਸਵਾਲ ਸੁਣ ਕੇ ਸੰਜਨਾ ਦਾ ਦਿਲ ਭਰ ਆਇਆ। ਉਸਨੇ ਦੁਖੀ ਆਵਾਜ਼ ਵਿੱਚ ਕਿਹਾ, ਸਾਧੂ ਮਹਾਰਾਜ, ਮੇਰੀ ਸੱਸ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ, ਇਸ ਲਈ ਮੈਂ ਇਸ ਜੰਗਲ ਵਿੱਚ ਰਹਿਣ ਲੱਗੀ। ਮੇਰਾ ਦਰਦ ਬਹੁਤ ਡੂੰਘਾ ਹੈ ਤੇ ਮੇਰੇ ਕੋਲ ਹੁਣ ਕੋਈ ਵੀ ਸਹਾਰਾ ਨਹੀਂ ਹੈ। ਸਾਧੂ ਮਹਾਰਾਜ ਨੇ ਪੁੱਛਿਆ, ਧੀਏ, ਤੇਰੀ ਸੱਸ ਨੇ ਇਸ ਤਰ੍ਹਾਂ ਕਿਉਂ ਕੀਤਾ? ਕੀ ਕਾਰਨ ਸੀ ਜਿਸ ਕਰਕੇ ਤੈਨੂੰ ਘਰੋਂ ਬਾਹਰ ਕੱਢ ਦਿੱਤਾ? ਸੰਜਨਾ ਨੇ ਸਾਧੂ ਮਹਾਰਾਜ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਕਿਰਪਾ ਕਰਕੇ ਤੁਸੀਂ ਹੀ ਮੇਰੇ ਦੁੱਖਾਂ ਦਾ ਹੱਲ ਕਰੋ ਤੇ ਮੈਨੂੰ ਦੱਸੋ ਕਿ ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ? ਸਾਧੂ ਮਹਾਰਾਜ ਨੇ ਉਸਦੇ ਦਰਦ ਨੂੰ ਸਮਝਦੇ ਹੋਏ ਕਿਹਾ, ਧੀਏ, ਇਹ ਦੁੱਖ ਬਹੁਤ ਵੱਡਾ ਹੈ ਜੋ ਸਹਿ ਨਹੀਂ ਜਾ ਸਕਦਾ, ਪਰ ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਉਪਾਅ ਦੱਸਦਾ ਹਾਂ ਜਿਸ ਨੂੰ ਕਰਨ ਨਾਲ ਤੈਨੂੰ ਵਧੀਆ ਸੰਤਾਨ ਦਾ ਸੁੱਖ ਪ੍ਰਾਪਤ ਹੋਵੇਗਾ। ਇਹ ਗਾਂ ਮੇਰੇ ਨਾਲ ਆਈ ਹੈ, ਤੂੰ ਇਸ ਨੂੰ ਆਪਣੇ ਕੋਲ ਰੱਖ ਕੇ ਇਸ ਦੀ ਸੇਵਾ ਕਰ। ਇਸ ਪਵਿੱਤਰ ਗਾਂ ਦੀ ਸੇਵਾ ਕਰਨ ਨਾਲ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਤੈਨੂੰ ਸੰਤਾਨ ਦਾ ਸੁੱਖ ਵੀ ਮਿਲ ਜਾਵੇਗਾ। ਇਸ ਤੋਂ ਬਾਅਦ ਸਾਧੂ ਮਹਾਰਾਜ ਨੇ ਅੱਗੇ ਕਿਹਾ, ਹੁਣ ਮੈਂ ਤੈਨੂੰ ਗਰਭਵਤੀ ਔਰਤ ਲਈ ਕੁਝ ਨਿਯਮ ਦੱਸਦਾ ਹਾਂ ਜਿਨ੍ਹਾਂ ਦਾ ਪਾਲਣ ਕਰਕੇ ਘਰ ਵਿੱਚ ਸਿਹਤਮੰਦ ਤੇ ਗੁਣਵਾਨ ਔਲਾਦ ਹੁੰਦੀ ਹੈ। ਇਸ ਨੂੰ ਧਿਆਨ ਨਾਲ ਸੁਣੀ ਤੇ ਪੂਰੀ ਨਿਸ਼ਠਾ ਨਾਲ ਇਸ ਦਾ ਪਾਲਣ ਕਰੀ। ਨੰਬਰ 1, ਕਿਸੇ ਵੀ ਔਰਤ ਨੂੰ ਆਪਣੇ ਮਾਸਿਕ ਧਰਮ ਦੌਰਾਨ
ਆਪਣੇ ਪਤੀ ਨਾਲ ਸੰਬੰਧ ਨਹੀਂ ਬਣਾਉਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗਰਭ ਦਾ ਨਾਸ਼ ਹੋ ਜਾਂਦਾ ਹੈ। ਨੰਬਰ 2, ਗਰਭਵਤੀ ਔਰਤ ਨੂੰ ਭਗਵਾਨ ਦੀ ਪੂਜਾ ਕਰਨੀ ਚਾਹੀਦੀ ਹੈ। ਉਸ ਨੂੰ ਆਪਣਾ ਮਨ ਖੁਸ਼ ਰੱਖਣਾ ਚਾਹੀਦਾ ਹੈ ਤੇ ਸਕਾਰਾਤਮਕ ਰਹਿਣਾ ਚਾਹੀਦਾ ਹੈ, ਕਿਉਂਕਿ ਗਰਭ ਦੇ ਸਮੇਂ ਮਾਂ ਦਾ ਮਨੋਭਾਵ ਸੰਤਾਨ ਤੇ ਸਿੱਧਾ ਅਸਰ ਪਾਉਂਦਾ ਹੈ। ਨੰਬਰ 3, ਗਰਭ ਧਾਰਨ ਕਰਨ ਤੋਂ ਬਾਅਦ ਔਰਤ ਨੂੰ ਕਦੇ ਵੀ ਦੁਖੀ ਭਾਵ ਉਦਾਸ ਨਹੀਂ ਰਹਿਣਾ ਚਾਹੀਦਾ ਤੇ ਉਸ ਨੂੰ ਬੁਰੇ ਆਚਰਣ ਵਾਲੀਆਂ ਔਰਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਨੰਬਰ 4, ਗਰਭਵਤੀ ਔਰਤ ਨੂੰ ਦੂਜਿਆਂ ਦੇ ਘਰ ਦਾ ਭੋਜਨ ਨਹੀਂ ਕਰਨਾ ਚਾਹੀਦਾ। ਨੰਬਰ 5, ਗਰਭਵਤੀ ਔਰਤ ਨੂੰ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ ਜੋ ਮਨ ਵਿੱਚ ਘਿਰਨਾ ਪੈਦਾ ਕਰੇ। ਨਾ ਹੀ ਡਰਾਵਨੀ ਕਥਾ ਸੁਣਨੀ ਚਾਹੀਦੀ ਹੈ, ਕਿਉਂਕਿ ਇਸ ਦਾ ਗਰਭ ਵਿੱਚ ਬੱਚੇ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਨੰਬਰ 6, ਜ਼ਿਆਦਾ ਗਰਮ ਖਾਣਾ ਨਾ ਖਾਓ, ਕਿਉਂਕਿ ਗਰਭਵਤੀ ਔਰਤ ਲਈ ਇਹ ਸਹੀ ਨਹੀਂ ਹੈ। ਉਸ ਨੂੰ ਉਦੋਂ ਹੀ ਖਾਣਾ ਖਾਣਾ ਚਾਹੀਦਾ ਹੈ ਜਦੋਂ ਪਹਿਲਾਂ ਵਾਲਾ ਸਹੀ ਢੰਗ ਨਾਲ ਪਚ ਚੁੱਕਿਆ ਹੋਵੇ। ਨੰਬਰ 7, ਇਹੋ ਜਿਹੀਆਂ ਔਰਤਾਂ ਜਿਨ੍ਹਾਂ ਦੇ ਬੱਚੇ ਵਾਰ-ਵਾਰ ਗਰਭ ਵਿੱਚ ਹੀ ਖਤਮ ਹੋ ਜਾਂਦੇ ਹਨ, ਉਹਨਾਂ ਔਰਤਾਂ ਨਾਲ ਸੰਪਰਕ ਨਹੀਂ ਕਰਨਾ ਚਾਹੀਦਾ। ਜੋ ਵੀ ਇਹਨਾਂ ਨਿਯਮਾਂ ਦਾ ਪਾਲਣ ਕਰਦੀ ਹੈ, ਉਹ ਯੋਗ ਤੇ ਸਿਹਤਮੰਦ ਇਨਸਾਨ ਨੂੰ ਜਨਮ ਦਿੰਦੀ ਹੈ। ਜੋ ਔਰਤ ਇਹਨਾਂ ਨਿਯਮਾਂ ਦਾ ਉਲੰਘਣ ਕਰਦੀ ਹੈ, ਉਸ ਦਾ ਗਰਭ ਡਿੱਗ ਜਾਂਦਾ ਹੈ ਤੇ ਉਸ ਦੀ ਔਲਾਦ ਤੇ ਕਈ ਦੋਸ਼ ਆ ਜਾਂਦੇ ਹਨ। ਸਾਧੂ ਮਹਾਰਾਜ ਨੇ ਸੰਜਨਾ ਵੱਲ ਦੇਖਦੇ ਹੋਏ ਕਿਹਾ, ਧੀਏ, ਹੁਣ ਮੈਂ ਤੈਨੂੰ ਔਲਾਦ ਪ੍ਰਾਪਤੀ ਲਈ ਇੱਕ ਪਵਿੱਤਰ ਤੇ ਅਚੂਕ ਉਪਾਅ ਦੱਸਦਾ ਹਾਂ। ਇਸ ਨੂੰ ਧਿਆਨ ਨਾਲ ਸੁਣੀ ਤੇ ਇਸ ਦਾ ਪਾਲਨ ਕਰੀ। ਮਾਸਿਕ ਧਰਮ ਦੇ ਸਮੇਂ 4 ਦਿਨਾਂ ਤੱਕ ਔਰਤ ਨੂੰ ਪਤੀ ਨਾਲ ਸੰਬੰਧ ਨਹੀਂ ਰੱਖਣਾ ਚਾਹੀਦਾ। ਚੌਥੇ ਦਿਨ ਹੀ ਉਹ ਸ਼ੁੱਧ ਹੁੰਦੀ ਹੈ ਤੇ ਇਸ ਤੋਂ 1 ਹਫ਼ਤੇ ਬਾਅਦ ਦੇਵੀ ਦੇਵਤਾਵਾਂ ਦੀ ਪੂਜਾ ਦੇ ਯੋਗ ਬਣਦੀ ਹੈ। ਸੰਬੰਧ ਬਣਾਉਂਦੇ ਸਮੇਂ ਔਰਤ ਤੇ ਪੁਰਸ਼ ਦੇ ਮਨ ਵਿੱਚ ਜਿਹੋ ਜਿਹੀ ਕਲਪਨਾ ਹੁੰਦੀ ਹੈ, ਉਸੇ ਤਰ੍ਹਾਂ ਦਾ ਗਰਭ ਪੈਦਾ ਹੁੰਦਾ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਰਿਤੂ ਕਾਲ 'ਚ ਪਹਿਲੇ ਹਫ਼ਤੇ ਸੰਜਮ ਰੱਖਣਾ ਚਾਹੀਦਾ ਹੈ ਤੇ ਦੂਜੇ ਸਪਤਾਹ ਸੰਯੋਗ ਉਚਿਤ ਹੁੰਦਾ ਹੈ। ਔਰਤਾਂ ਦਾ ਰਿਤੂ ਕਾਲ 16 ਰਾਤਾਂ ਦਾ ਹੁੰਦਾ ਹੈ। ਜੇਕਰ ਮਾਸਿਕ ਧਰਮ ਤੋਂ ਬਾਅਦ 14ਵੀਂ ਰਾਤ ਨੂੰ ਸੰਬੰਧ ਹੁੰਦਾ ਹੈ ਤਾਂ ਉਹ ਸੰਤਾਨ ਗੁਣਵਾਨ, ਭਾਗਸ਼ੀਲ, ਸੰਪੰਨ ਤੇ ਧਰਮਨਿਸ਼ਠ ਹੁੰਦੀ ਹੈ। ਰਿਤੂ ਕਾਲ ਦੇ 5ਵੇਂ ਦਿਨ ਔਰਤ ਨੂੰ ਗਰਮ ਤੇ ਤਿੱਖਾ ਭੋਜਨ ਛੱਡ ਕੇ ਮਿੱਠਾ ਭੋਜਨ ਕਰਨਾ ਚਾਹੀਦਾ ਹੈ। ਔਰਤਾਂ ਦੀ ਕੁੱਖ ਅਸੋਧੀ ਪਾਤਰ ਦੀ ਤਰ੍ਹਾਂ ਹੁੰਦੀ ਹੈ ਤੇ ਮਰਦ ਦਾ ਬੀਜ ਅੰਮ੍ਰਿਤ ਦੇ ਸਮਾਨ ਹੁੰਦਾ ਹੈ। ਇਸ ਲਈ ਸੰਬੰਧ ਤੋਂ ਪਹਿਲਾਂ ਔਰਤ ਨੂੰ ਕੌੜਾ ਤੇ ਤਿੱਖਾ ਭੋਜਨ ਤਿਆਗਣਾ ਚਾਹੀਦਾ ਹੈ। ਸਾਧੂ ਮਹਾਰਾਜ ਨੇ ਕੁਝ ਪਲ ਰੁਕੇ ਸੰਜਨਾ ਨੂੰ ਦੇਖਦੇ ਹੋਏ ਕਿਹਾ, ਧੀਏ, ਇਸ ਤਰ੍ਹਾਂ ਮੈਂ ਤੈਨੂੰ ਸੰਤਾਨ ਪ੍ਰਾਪਤੀ ਦੇ ਕੁਝ ਜ਼ਰੂਰੀ ਨਿਯਮ ਦੱਸੇ ਹਨ। ਇਹਨਾਂ ਨਿਯਮਾਂ ਦਾ ਪਾਲਨ ਕਰਕੇ ਤੈਨੂੰ ਚੰਗੀ ਸੰਤਾਨ ਦਾ ਸੁੱਖ ਪ੍ਰਾਪਤ ਹੋ ਜਾਵੇਗਾ। ਸਾਧੂ ਮਹਾਰਾਜ ਦੇ ਆਦੇਸ਼ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸੰਜਨਾ ਨੇ ਨਿਮਰਤਾਪੂਰਵਕ ਪੁੱਛਿਆ, ਮੁਨੀਵਰ, ਇਸ ਸਮੇਂ ਮੇਰਾ ਪਤੀ ਮੇਰੇ ਤੋਂ ਦੂਰ ਹੈ ਤੇ ਮੇਰੇ ਕੋਲ ਕੋਈ ਰਸਤਾ ਨਹੀਂ ਹੈ ਜਿਸ ਨਾਲ ਮੈਂ ਉਹਨਾਂ ਨੂੰ ਮਿਲ ਸਕਾਂ। ਇਹੋ ਜਿਹੇ ਸਮੇਂ ਵਿੱਚ ਸੰਤਾਨ ਸੁੱਖ ਪ੍ਰਾਪਤੀ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਕਿਰਪਾ ਮੇਰਾ ਮਾਰਗਦਰਸ਼ਨ ਕਰੋ। ਬਿਨਾਂ ਸੰਤਾਨ ਪ੍ਰਾਪਤੀ ਤੋਂ ਪਹਿਲਾਂ ਮੈਂ ਆਪਣੇ ਘਰ ਨਹੀਂ ਜਾਵਾਂਗੀ। ਮੇਰੀ ਸੱਸ ਨੇ ਮੈਨੂੰ ਘਰ ਦੇ ਅੰਦਰ ਜਾਣ ਨਹੀਂ ਦੇਣਾ। ਸਾਧੂ ਮਹਾਰਾਜ ਨੇ ਮੁਸਕਰਾਉਂਦੇ ਹੋਏ ਕਿਹਾ, ਧੀਏ, ਚਿੰਤਾ ਨਾ ਕਰ। ਤੂੰ ਇਸ ਗਊ ਮਾਤਾ ਦੀ ਸੇਵਾ 'ਚ ਲੱਗੀ ਰਹਿ। ਇਸ ਸੇਵਾ ਦੇ ਪੁੰਨ ਨਾਲ ਤੇਰਾ ਪਤੀ ਖੁਦ ਚੱਲ ਕੇ ਤੇਰੇ ਕੋਲ ਆਵੇਗਾ। ਇੰਨਾ ਕਹਿ ਕੇ ਸਾਧੂ ਮਹਾਰਾਜ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਕੁਝ ਪਲ ਹੀ ਉਹ ਉੱਥੋਂ ਗਾਇਬ ਹੋ ਗਏ। ਉਹਨਾਂ ਨੂੰ ਅਚਾਨਕ ਗਾਇਬ ਹੁੰਦਾ ਦੇਖ ਸੰਜਨਾ ਨੂੰ ਬੜੀ ਹੈਰਾਨੀ ਹੋਈ। ਉਸ ਨੂੰ ਹੌਲੀ-ਹੌਲੀ ਅਹਿਸਾਸ ਹੋਣ ਲੱਗਿਆ ਕਿ ਜਿਵੇਂ ਉਹ ਸਾਧੂ ਕੋਈ ਖੁਦ ਭਗਵਾਨ ਹੀ ਹੋਣ ਜੋ ਉਸ ਨੂੰ ਦਰਸ਼ਨ ਦੇਣ ਲਈ ਆਏ ਸੀ। ਸੰਜਨਾ ਨੇ ਉਸ ਕਾਂ ਦੀ ਸੇਵਾ 'ਚ ਮਨ, ਬਚਨ ਤੇ ਕਰਮ ਨਾਲ ਲੱਗੇ ਰਹਿਣ ਦਾ ਸੰਕਲਪ ਕਰ ਲਿਆ। ਉਹ ਹਰ ਦਿਨ ਸਵੇਰੇ ਉੱਠ ਕੇ ਗਾਂ ਦੀ ਸੇਵਾ ਕਰਦੀ ਤੇ ਉਸ ਨੂੰ ਚਾਰਾ ਦਿੰਦੀ, ਉਸ ਦਾ ਦੁੱਧ ਕੱਢਦੀ ਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੀ। ਸਾਧੂ ਮਹਾਰਾਜ ਦੇ ਬਚਨਾਂ ਕਰਕੇ ਉਸ ਦੇ ਮਨ 'ਚ ਇੱਕ ਨਵੀਂ ਉਮੀਦ ਦਾ ਸੰਚਾਰ ਹੋਇਆ ਤੇ ਉਸਨੇ ਭਗਵਾਨ ਤੇ ਆਪਣੇ ਸੰਪੂਰਨ ਵਿਸ਼ਵਾਸ ਨੂੰ ਹੋਰ ਦ੍ਰਿੜ ਕਰ ਲਿਆ। ਉਧਰ ਸੰਜਨਾ ਦੇ ਪਤੀ ਅਰੁਣ ਨੂੰ ਇਹ ਗੱਲ ਭਗਵਾਨ ਵਿਸ਼ਨੂੰ ਨੇ ਸੁਪਨੇ 'ਚ ਦਰਸ਼ਨ ਦੇ ਕੇ ਉਸ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਪਤਨੀ ਸੰਜਨਾ ਕੋਲ ਜਾਵੇ, ਜੋ ਇਸ ਸਮੇਂ ਜੰਗਲ 'ਚ ਰਹਿ ਰਹੀ ਹੈ,
ਅਰੁਣ ਨੀਂਦ ਤੋਂ ਜਾਗਿਆ ਤੇ ਭਗਵਾਨ ਦੇ ਨਿਰਦੇਸ਼ ਨੂੰ ਮੰਨਦੇ ਹੋਏ ਆਪਣੀ ਪਤਨੀ ਨੂੰ ਲੱਭਣ ਲਈ ਜੰਗਲ ਵੱਲ ਤੁਰ ਪਿਆ। ਉਸਨੇ ਸੋਚਿਆ ਕਿ ਜੇਕਰ ਭਗਵਾਨ ਨੇ ਖੁਦ ਉਸ ਨੂੰ ਆਦੇਸ਼ ਦਿੱਤਾ ਹੈ ਤਾਂ ਉਹ ਆਪਣੀ ਪਤਨੀ ਨੂੰ ਜ਼ਰੂਰ ਹੀ ਪਾ ਲਵੇਗਾ। ਉਸ ਨੂੰ ਲੱਭਦਿਆਂ ਸੰਘਣੇ ਜੰਗਲ ਵਿੱਚ ਪਹੁੰਚ ਗਿਆ, ਜਿੱਥੇ ਉਸ ਨੂੰ ਇੱਕ ਆਸ਼ਰਮ ਦਿਖਾਈ ਦਿੱਤਾ। ਆਸ਼ਰਮ ਦੇ ਨੇੜੇ ਜਾਂਦੇ ਹੀ ਉਸਨੇ ਸੰਜਨਾ ਨੂੰ ਦੇਖਿਆ, ਜੋ ਇੱਕ ਗਾਂ ਨਾਲ ਰਹਿ ਰਹੀ ਸੀ। ਸੰਜਨਾ ਨੂੰ ਦੇਖ ਕੇ ਅਰੁਣ ਦਾ ਦਿਲ ਖੁਸ਼ ਹੋ ਗਿਆ ਤੇ ਪੁਨਰ ਮਿਲਣ ਦਾ ਇਹ ਪਲ ਬਹੁਤ ਹੀ ਭਾਵੁਕ ਸੀ। ਅਰੁਣ ਨੇ ਸੰਜਨਾ ਨਾਲ ਉਸੇ ਆਸ਼ਰਮ 'ਚ ਰਹਿਣ ਦਾ ਫੈਸਲਾ ਕਰ ਲਿਆ ਤੇ ਸੰਜਨਾ ਤੇ ਅਰੁਣ ਨੇ ਸਾਧੂ ਮਹਾਰਾਜ ਦੇ ਦਿੱਤੇ ਹੋਏ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਇੱਕ ਦੂਜੇ ਦੇ ਨਾਲ ਰਹਿਣ ਦਾ ਸੰਕਲਪ ਲਿਆ। ਸਾਧੂ ਮਹਾਰਾਜ ਦੁਆਰਾ ਦੱਸੇ ਗਏ ਪਵਿੱਤਰ ਨਿਰਦੇਸ਼ਾਂ ਦੀ ਪਾਲਣਾ ਤੋਂ ਬਾਅਦ ਦੋਨੋਂ ਪਤੀ ਪਤਨੀ ਨੂੰ ਸੰਤਾਨ ਸੁਖ ਦੀ ਪ੍ਰਾਪਤੀ ਲਈ ਇਕੱਠੇ ਸਮਾਂ ਬਿਤਾਇਆ, ਜਿਸ ਦੇ ਫਲਸਰੂਪ ਸੰਜਨਾ ਦੁਬਾਰਾ ਗਰਭਵਤੀ ਹੋਈ ਤੇ ਸੰਜਨਾ ਨੇ ਨਾਲ ਹੀ ਮਹਾਰਾਜ ਦੇ ਉਪਦੇਸ਼ਾਂ ਦਾ ਪਾਲਣ ਕੀਤਾ ਤੇ ਪੂਰੇ 9 ਮਹੀਨੇ ਤੱਕ ਉਸ ਪਵਿੱਤਰ ਸਥਾਨ ਤੇ ਰਹੀ। 9 ਮਹੀਨਿਆਂ ਬਾਅਦ ਉਸਨੇ ਇੱਕ ਬਹੁਤ ਹੀ ਸੋਹਣੇ ਪੁੱਤ ਨੂੰ ਜਨਮ ਦਿੱਤਾ। ਸੰਜਨਾ ਤੇ ਅਰੁਣ ਉਸ ਪੁੱਤ ਰਤਨ ਨੂੰ ਪਾ ਕੇ ਬੜੇ ਖੁਸ਼ ਹੋਏ। ਜਿਸ ਦਿਨ ਉਹਨਾਂ ਦਾ ਪੁੱਤ ਹੋਇਆ ਸੀ, ਉਸ ਦਿਨ ਹੈਰਾਨੀਜਨਕ ਗੱਲ ਹੋਈ ਕਿ ਉਹ ਗਾਂ ਵੀ ਉੱਥੋਂ ਗਾਇਬ ਹੋ ਗਈ। ਗਾਂ ਦਾ ਇਸ ਤਰ੍ਹਾਂ ਅਦ੍ਰਿਸ਼ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਸੰਜਨਾ ਤੇ ਅਰੁਣ ਨੇ ਸਮਝ ਲਿਆ ਕਿ ਉਹ ਸਾਧੂ ਮਹਾਰਾਜ ਦੀ ਕਿਰਪਾ ਤੇ ਭਗਵਾਨ ਦਾ ਆਸ਼ੀਰਵਾਦ ਹੀ ਸੀ, ਜੋ ਉਹਨਾਂ ਦੇ ਜੀਵਨ ਨੂੰ ਸੁੱਖ ਤੇ ਸੰਤਾਨ ਦੇ ਰੂਪ 'ਚ ਫੈਲਾਇਆ। ਫਿਰ ਉਹ ਆਪਣੇ ਪੁੱਤ ਦੇ ਨਾਲ ਆਪਣੇ ਘਰ ਵਾਪਸ ਆ ਗਏ। ਸੰਜਨਾ ਤੇ ਅਰੁਣ ਨੂੰ ਆਪਣੇ ਘਰ ਵਾਪਸ ਦੇਖ ਕੇ ਤੇ ਉਸਦੇ ਨਾਲ ਇੱਕ ਬੱਚੇ ਨੂੰ ਦੇਖ ਕੇ ਉਸਦੀ ਸੱਸ ਮਾਲਤੀ ਬਹੁਤ ਖੁਸ਼ ਹੋਈ। ਉਹ ਤੁਰੰਤ ਸੰਜਨਾ ਤੋਂ ਪੁੱਛਣ ਲੱਗੀ, ਇਹ ਕਿਵੇਂ ਹੋਇਆ? ਕਿਸ ਕਾਰਨ ਤੈਨੂੰ ਪੁੱਤਰ ਦੀ ਪ੍ਰਾਪਤੀ ਹੋਈ? ਤਾਂ ਸੰਜਨਾ ਨੇ ਸਾਰੀ ਕਥਾ ਆਪਣੀ ਸੱਸ ਨੂੰ ਕਹਿ ਸੁਣਾਈ। ਹੁਣ ਸੰਜਨਾ ਤੇ ਅਰੁਣ ਆਪਣੇ ਪੁੱਤ ਦੇ ਨਾਲ ਉਸ ਘਰ ਵਿੱਚ ਇੱਕ ਨਵਾਂ ਜੀਵਨ ਸ਼ੁਰੂ ਕਰਦੇ ਹਨ। ਕਥਾ ਸੁਣਦੇ ਹੋਏ ਕਾਗ ਪੁਸੁੰਡ ਜੀ ਨੇ ਗਰੁੜ ਨੂੰ ਕਿਹਾ, ਹੇ ਗਰੁੜ ਜੀ, ਇਸ ਤਰ੍ਹਾਂ ਸੰਜਨਾ ਨੇ ਗਰਭ ਧਾਰਨ ਦੇ ਨਿਯਮਾਂ ਦਾ ਪਾਲਨ ਕੀਤਾ, ਜਿਸ ਨਾਲ ਉਸਨੂੰ ਯੋਗ ਤੇ ਸਿਹਤਮੰਦ ਸੰਤਾਨ ਦੀ ਪ੍ਰਾਪਤੀ ਹੋਈ। ਗਰੁੜ ਨੇ ਜਿਗਿਆਸਾ ਭਰੇ ਸਵਰ 'ਚ ਪੁੱਛਿਆ, ਕਾਗ ਪੁਸੁੰਡ ਜੀ, ਜੇਕਰ ਕਿਸੇ ਬੱਚੇ ਦੀ ਮੌਤ ਗਰਭ 'ਚ ਹੀ ਹੋ ਜਾਵੇ ਤੇ ਜਨਮ ਦੇ ਤੁਰੰਤ ਬਾਅਦ ਉਸਦੀ ਮੌਤ ਹੋ ਜਾਵੇ, ਉਸਦੀ ਮੁਕਤੀ ਦੇ ਲਈ ਕੀ ਉਪਾਅ ਕਰਨਾ ਚਾਹੀਦਾ ਹੈ? ਕਾਗ ਪੁਸੁੰਡ ਜੀ ਨੇ ਗਰੁੜ ਜੀ ਨੂੰ ਜਿਗਿਆਸਾ ਨੂੰ ਜਾਣਦੇ ਹੋਏ ਉੱਤਰ ਦਿੱਤਾ, ਤੂੰ ਬਹੁਤ ਹੀ ਖਾਸ ਪ੍ਰਸ਼ਨ ਪੁੱਛਿਆ ਹੈ, ਇਸ ਨੂੰ ਧਿਆਨ ਨਾਲ ਸੁਣੀ। ਜੇਕਰ ਕਿਸੇ ਔਰਤ ਦਾ ਗਰਭਪਾਤ ਹੁੰਦਾ ਹੈ ਜਾਂ ਫਿਰ ਗਰਭ ਵਿੱਚ ਹੀ ਬੱਚਾ ਮਰ ਜਾਂਦਾ ਹੈ, ਤਾਂ ਜਿੰਨੇ ਮਹੀਨੇ ਦਾ ਗਰਭ ਹੁੰਦਾ ਹੈ ਓਨੇ ਹੀ ਦਿਨਾਂ ਦਾ ਸ਼ੁੱਧੀਕਰਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਮੌਤ ਤੇ ਆਤਮ ਕਲਿਆਣ ਦੀ ਇੱਛਾ ਰੱਖਣ ਵਾਲੇ ਮਨੁੱਖ ਨੂੰ ਉਸ ਗਰਭ ਵਿੱਚ ਮਰੇ ਹੋਏ ਬਾਲਕ ਲਈ ਕੁਝ ਵੀ ਨਹੀਂ ਕਰਨਾ ਚਾਹੀਦਾ, ਉਸ ਦਾ ਸ਼ਰਾਧ ਦਾਨ ਵੀ ਨਹੀਂ ਕਰਨਾ ਚਾਹੀਦਾ, ਬਲਕਿ ਜੇਕਰ ਬੱਚੇ ਦੀ ਮੌਤ ਜਨਮ ਤੋਂ ਲੈ ਕੇ 14 ਸੰਸਕਾਰ ਦੇ ਵਿੱਚ ਹੁੰਦੀ ਹੈ ਤਾਂ ਉਸ ਬਾਲਕ ਦੀ ਮੁਕਤੀ ਲਈ ਦੂਜੇ ਬੱਚਿਆਂ ਨੂੰ ਦੁੱਧ ਦਾ ਭੋਜਨ ਕਰਵਾਓ। ਜੇਕਰ 14 ਸੰਸਕਾਰਾਂ ਤੋਂ ਬਾਅਦ ਤੇ 5 ਸਾਲ ਦੇ ਵਿੱਚ ਬੱਚੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਦਾਹ ਸੰਸਕਾਰ ਕਰਨਾ ਚਾਹੀਦਾ ਹੈ। ਨਾਲ ਹੀ ਉਸ ਬਾਲਕ ਦੀ ਆਤਮਾ ਦੀ ਸ਼ਾਂਤੀ ਲਈ ਦੁੱਧ ਦਾ ਦਾਨ ਕਰਨਾ ਚਾਹੀਦਾ ਹੈ ਤੇ ਬੱਚਿਆਂ ਨੂੰ ਭੋਜਨ ਕਰਾਉਣਾ ਚਾਹੀਦਾ ਹੈ। ਜੇਕਰ 5 ਸਾਲ ਦੀ ਉਮਰ ਤੋਂ ਬਾਅਦ ਬੱਚੇ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਵਿਧੀ ਪੂਰਵਕ ਸੰਸਕਾਰ ਕਰਕੇ ਉਸ ਦੇ ਲਈ ਪਾਣੀ ਨਾਲ ਭਰੇ ਹੋਏ ਮਿੱਟੀ ਦੇ ਭਾਂਡੇ ਦਾ ਦਾਨ ਕਰੋ। ਇਸ ਤਰੀਕੇ ਨਾਲ ਉਸ ਬਾਲਕ ਦੀ ਆਤਮਾ ਨੂੰ ਪੁਨਰ ਜਨਮ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਕਾਗ ਪੁਸੁੰਡ ਜੀ ਨੇ ਗਰੁੜ ਨੂੰ ਆਤਮਾ ਦੀ ਸ਼ਾਂਤੀ ਤੇ ਸੰਤਾਨ ਦੇ ਕਲਿਆਣ ਲਈ ਜ਼ਰੂਰੀ ਕਰਮਾਂ ਦਾ ਗਿਆਨ ਦਿੱਤਾ। ਇਸ ਕਥਾ ਤੋਂ ਨਾ ਸਿਰਫ ਸੰਤਾਨ ਸੁਖ ਪ੍ਰਾਪਤੀ ਲਈ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਸਗੋਂ ਜ਼ਿੰਦਗੀ 'ਚ ਧਰਮ, ਸੰਜਮ ਤੇ ਕਰਤੱਵਾਂ ਦੇ ਪਾਲਣ ਦੀ ਮਹੱਤਤਾ ਵੀ ਸਮਝ ਆਉਂਦੀ ਹੈ। ਤਾਂ ਦੋਸਤੋ, ਤੁਹਾਨੂੰ ਇਹ ਕਥਾ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੇਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਆਪਣਾ ਖਿਆਲ ਰੱਖਣਾ। ਧੰਨਵਾਦ।